ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ, ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮ ਓੰਕਾਰ ਜੋਰੀ, ਨਾਮ ਓੰਕਾਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੁਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ।
ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸਨ ਸੋਏ। ਵਾਹਿਗੁਰੂ ਜੀ ਦੋਨੋਂ ਪਟੇ ਬਾਜ ਕੇ ਵਿਦਿਆ, ਕਰ ਕਰ ਰੂਕ ਦੋਨੋਂ ਚਹਿਤ ਸਿਧਿਆ। ਦੋਨੋਂ ਚਰਨ ਚ ਲਾਗੀ ਕਰੈ, ਵਾਰ ਰੂਕ ਦੋਨੋਂ ਟਿਕਿਆਰੈ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਨੋਂ ਪਟੇ ਬਾਜ ਕੇ ਵਿਦਿਆ, ਕਰ ਕਰ ਰੋਕ ਦੋਨੋਂ ਚਾਹਤ ਸਿਧਿਆ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਕਿ ਕਾਲੇ ਖਾਂ ਜਿੰਦੇ ਕੋਲ ਤਕਰੀਬਨ 1000 ਦੇ ਕਰੀਬ ਸਿਰਫ ਫੌਜ ਬਚੀ ਹੈ ਲੱਖ ਦੇ ਵਿੱਚੋਂ, ਉਹਨਾਂ ਬਚਿਆ ਖੁਸ਼ਿਆਂ ਨੂੰ ਇਕੱਠਾ ਕਰਕੇ ਇਸ ਇਰਾਦੇ ਨਾਲ ਆਇਆ ਹੈ ਕਿ ਹੁਣ ਤੱਕ ਇਹੀ ਕਹਿੰਦਾ ਸੀ ਗੁਰੂ ਸਾਹਿਬ ਜੀ ਨੂੰ ਫੜ ਕੇ ਲੈ ਜਾਣਾ ਹੈ। ਆਪਣੇ ਸਿਪਾਹੀਆਂ ਨੂੰ ਕਹਿੰਦਾ ਗੁਰੂ ਨੂੰ ਮਾਰ ਲਵੋ ਜਾਂ ਮਰ ਜਾਵੋ। ਜੇ ਇਹ ਕੰਮ ਕਰ ਲਿਆ, ਗੁਰੂ ਨੂੰ ਮਾਰ ਦਿੱਤਾ, ਤੁਹਾਨੂੰ ਅਹੁਦੇ ਮਿਲਣਗੇ, ਜ਼ਮੀਨਾਂ ਮਿਲਣਗੀਆਂ, ਸਾਰੀ ਜ਼ਿੰਦਗੀ ਬਿਨਾਂ ਕੁਛ ਕਰੇ ਤੋਂ ਬੈਠ ਕੇ ਖਾਓਗੇ। ਮੈਦਾਨ ਦੇ ਵਿੱਚ ਆਏ ਨੇ, ਜੰਗ ਹੋਇਆ, ਕਾਲੇ ਖਾਂ ਗੁਰੂ ਸਾਹਿਬ ਦੇ ਸਾਹਮਣੇ ਆਇਆ, ਤੀਰਾਂ ਦੇ ਨਾਲ ਲੜਾਈ ਹੋਈ ਔਰ ਗੁਰੂ ਸਾਹਿਬ ਜੀ ਦੇ ਕੋਲ ਜਦੋਂ ਆ ਕੇ ਨੇ ਵੰਗਾਰਿਆ ਕਿ ਮੈਂ ਸੁਣਿਆ ਤੁਸੀਂ ਬੜੇ ਬਲਵਾਨ, ਬੜੇ ਤੀਰ ਚਲਾਉਂਦੇ, ਹੁਣ ਮੈਂ ਤੁਹਾਡੇ ਸਾਹਮਣੇ ਖੜਾ। ਗੁਰੂ ਸਾਹਿਬ ਜੀ ਉੱਥੇ ਮੁਸਕਰਾਏ ਤੇ ਮੁਸਕਰਾ ਕੇ ਕਹਿੰਦੇ ਕਾਲੇ ਖਾਂ ਮੈਂ ਜਾਣਨਾ ਤੂੰ ਕਾਲੇ ਖਾਂ ਹੀ ਹੈ, ਫਿਰ ਜਿੰਨੇ ਕੋ ਤੂੰ ਵਿਦਿਆ ਜਾਣਨਾ ਵਾਰ ਕਰ ਲੈ। ਪਹਿਲਾ ਤੀਰ ਕਾਲੇ ਖਾਂ ਨੇ ਛੱਡਿਆ, ਗੁਰੂ ਸਾਹਿਬ ਜੀ ਦੇ ਮੱਥੇ ਦੇ ਨਾਲੋਂ ਛੂਹ ਕੇ ਗਿਆ ਹੈ। ਗੁਰੂ ਸਾਹਿਬ ਦੇ ਮੱਥੇ ਦਾ ਥੋੜ੍ਹਾ ਜਿਹਾ ਮਾਸ ਜਿਹੜਾ ਉਹ ਛਿੱਲਿਆ ਵੀ ਗਿਆ, ਮੱਥੇ ਦੇ ਵਿੱਚੋਂ ਖੂਨ ਵੀ ਆਇਆ। ਕਾਲੇ ਖਾਂ ਨੂੰ ਕਹਿੰਦੇ ਹੋਰ ਵਾਰ ਕਰ, ਦੂਜਾ ਵਾਰ ਕੀਤਾ, ਤੀਰ ਬਿਲਕੁਲ ਖਾਲੀ ਗਿਆ। ਤੀਜਾ ਵਾਰ ਫਿਰ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਤੀਰ ਦਾ ਵਾਰ ਕੀਤਾ, ਕਾਲੇ ਖਾਂ ਨੇ ਇੱਕਦਮ ਘੋੜੇ ਦੀ ਵਾਂਗ ਚੁੱਕੀ, ਘੋੜਾ ਉੱਤਾ ਹੋਇਆ ਤੇ ਇਹ ਵਾਰ ਜਿਹੜਾ ਸੀ ਘੋੜੇ ਦੀ ਛਾਤੀ ਵਿੱਚੋਂ ਦੀ ਪਾਰ ਹੋ ਗਿਆ। ਕਾਲੇ ਖਾਂ ਦਾ ਘੋੜਾ ਮਾਰਿਆ ਗਿਆ। ਕਾਲੇ ਖਾਂ ਹੁਣ ਥੱਲੇ ਹੈ, ਇਹਨੇ ਕਿਰਪਾਨ ਕੱਢ ਲਈ ਔਰ ਗੁਰੂ ਸਾਹਿਬ ਜੀ ਨੂੰ ਕਹਿੰਦਾ ਹੈ, ਕਿਉਂਕਿ ਤੀਰਾਂ ਤੋਂ ਡਰ ਗਿਆ ਸੀ, ਤੀਰਾਂ ਬਾਰੇ ਸੁਣਿਆ ਵੀ ਸੀ, ਹੁਣ ਵੇਖ ਵੀ ਲਿਆ ਕਿ ਘੋੜੇ ਦੇ ਵਿੱਚ ਘੋੜੇ ਨੂੰ ਤੀਰ ਵੱਜ ਜਾਏ ਤੇ ਗੱਲ ਹੋ ਰਹੀ ਤੇ ਆਰ ਪਾਰ ਹੀ ਹੋ ਜਾਂਦਾ ਹੈ। ਕਹਿੰਦਾ ਸਤਿਗੁਰੂ ਜੀ ਹੁਣ ਤੁਸੀਂ ਘੋੜੇ ਦੇ ਉੱਤੋਂ, ਤੁਹਾਡੇ ਕੋਲ ਤੀਰ ਕਮਾਨ ਹੈ, ਮੈਂ ਘੋੜੇ ਤੋਂ ਥੱਲੇ ਆਏ, ਇਹ ਜੰਗ ਦੀ ਨੀਤੀ ਨਹੀਂ ਕਿ ਮੈਂ ਥੱਲੇ ਤੇ ਤੁਸੀਂ ਉੱਤੇ, ਚਾਹੀਦਾ ਤੇ ਤੁਸੀਂ ਵੀ ਥੱਲੇ ਆਓ, ਮੇਰੇ ਹੱਥ 'ਚ ਕਿਰਪਾਨ ਹੈ, ਤੁਸੀਂ ਕਿਰਪਾਨ ਨਾਲ ਲੜੋ। ਤੇ ਨਾਲੇ ਕਹਿ ਦਿੱਤਾ ਜੇ ਨੀਤੀ ਨਹੀਂ ਵਿਚਾਰਨੀ ਫਿਰ ਤੁਹਾਡੇ ਕੋਲ ਘੋੜਾ ਬੜਾ ਬਲਵਾਨ ਹੈ, ਤੁਸੀਂ ਵੀ ਬਲਵਾਨ ਹੋ, ਫਿਰ ਮਾਰੋ ਤੀਰ, ਫਿਰ ਤੁਸੀਂ ਸੌਖਾ ਮਾਰ ਸਕਦੇ ਹੋ, ਫਿਰ ਮਾਰ ਦਿਓ।
ਔਰ ਗੁਰੂ ਸਾਹਿਬ ਜੀ ਮੁਸਕਰਾ ਕੇ ਫਿਰ ਛਾਲ ਮਾਰੀ, ਥੱਲੇ ਉਤਰੇ ਤੇ ਤੀਰ ਕਮਾਨ ਛੱਡਿਆ। ਸਤਿਗੁਰੂ ਜੀ ਨੇ ਆਪਣੇ ਹੱਥ ਵਿੱਚ ਕਰਾ ਚੌਲ ਫੜੀ ਹੈ, ਔਰ ਇਹ ਕਰਾ ਚੌਲ ਕਿਰਪਾਨ ਨਾਲੋਂ ਥੋੜ੍ਹੀ ਜਿਹੀ ਚੌੜੀ ਹੁੰਦੀ, 4 ਉਂਗਲਾਂ, ਕੱਲ੍ਹ ਵੀ ਬੇਨਤੀ ਕੀਤੀ ਸੀ, 4 ਉਂਗਲਾਂ ਚੌੜੀ ਤੇ ਕਿਰਪਾਨ ਨਾਲੋਂ ਕੁਝ ਲੰਬੀ ਵੀ ਹੁੰਦੀ ਹੈ। ਇੱਕ ਹੱਥ 'ਚ ਗੁਰੂ ਸਾਹਿਬ ਜੀ ਨੇ ਢਾਲ ਫੜਿਆ, ਹੁਣ ਇੱਕ ਹੱਥ 'ਚ ਢਾਲ, ਇੱਕ ਹੱਥ 'ਚ ਕਿਰਪਾਨ ਕਾਲੇ ਖਾਂ ਨੇ ਫੜੀ ਹੈ। ਇਹਨਾਂ ਦਾ ਜੰਗ ਹੋਇਆ। ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਦੋਵੇਂ ਗੱਤਕਾਬਾਜੀ ਬੜੀ ਸੋਹਣੀ ਜਾਣਦੇ ਨੇ, ਕਾਲੇ ਖਾਂ ਵੀ ਬੜੀ ਗੱਤਕਾਬਾਜੀ ਕਰਦਾ ਹੈ। ਦੋਵੇਂ ਚਾਹੁੰਦੇ ਨੇ ਕਿ ਇੱਕ ਦੂਜੇ ਨੂੰ ਮਾਰੀਏ, ਪਰ ਗੁਰੂ ਸਾਹਿਬ ਜੀ ਚਾਹੁੰਦੇ ਨੇ ਪਹਿਲਾਂ ਇਹਦੀ ਵਿੱਦਿਆ ਵੇਖ ਲਈਏ ਕਿ ਤੀਰ ਦੇ ਨੇ 2 ਚਲਾ ਲਏ, ਕਿਰਪਾਨ ਵੇਖ ਲਈ ਕਿਹੜੇ ਢੰਗ ਨਾਲ ਚਲਾਉਂਦਾ ਹੈ। ਦੋਨੋਂ ਚਰਨ ਚਲਾਕੀ ਕਰੈ, ਵਾਰ ਰੋਕ ਦੋਨੋਂ ਟਿਗੇ ਅਰੈ। ਦੋਵੇਂ ਪੈਰਾਂ ਦੀ ਚਲਾਕੀ ਕਰਦੇ ਨੇ, ਪੈਰਾਂ ਨੂੰ ਤੇਜ਼ ਕਰਕੇ ਪੈਂਤਰਾ ਲੈਂਦੇ ਨੇ, ਵਾਰ ਕਰਦੇ ਨੇ, ਇੱਕ ਦੂਜੇ ਦਾ ਵਾਰ ਰੋਕਦੇ ਨੇ। ਸਿਪਰ ਸਿਪਰ ਸੋ ਦੋਨੋਂ ਪਹਿਰ, ਕਰ ਦੋਨੋਂ ਚਮਕਤ ਸ਼ਮਸ਼ੇਰ। ਕਦੇ ਢਾਲ ਦੇ ਨਾਲ ਢਾਲ ਵੱਜਦੀ ਹੈ, ਕਦੇ ਕਿਰਪਾਨ ਦੇ ਨਾਲ ਕਿਰਪਾਨ ਵੱਜਦੀ ਹੈ, ਕਦੇ ਕਿਰਪਾਨ ਢਾਲ ਦੇ ਉੱਤੇ ਆ ਕੇ ਵੱਜਦੀ ਹੈ। ਜੁਟੇ ਬੀਰ ਦੋਨੋਂ ਸ਼ਮਸ਼ੇਰ, ਜਨ ਦੋਨੋਂ ਬਲ ਬ੍ਰਿਖਪ ਬਡੇਰ। ਦੋਵੇਂ ਸੂਰਮੇ ਆਪਸ ਵਿੱਚ ਜੁਟ ਗਏ ਨੇ, ਬੜਾ ਭੇੜ ਹੋਇਆ। ਔਰ ਕਵੀ ਰਾਜ ਨੇ ਇੱਥੇ ਉਦਾਹਰਣ ਦਿੱਤੀ, ਉਹ ਸ਼ਾਇਦ ਟੁਕਦੀ ਤੇ ਨਹੀਂ, ਪਰ ਉਦਾਹਰਣ ਦਿੱਤੀ ਕਿ ਜਿਵੇਂ 2 ਬਲਵਾਨ ਬੈਲ ਜਿਹੜੇ ਨੇ ਬਲਦ ਸਾਨ, ਉਹ ਲੜਦੇ ਹੋਣ। ਸਾਨ ਨੇ ਗੁਰੂ ਸਾਹਿਬ ਤੇ ਸਤਿਗੁਰੂ ਜੀ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ, ਉਹ ਤੇ ਵੱਡੇ ਯੋਧੇ ਨੇ, ਯੋਧਿਆਂ ਦੇ ਯੋਧੇ ਨੇ, ਆਪਸ ਵਿੱਚ ਲੜ ਰਹੇ ਨੇ। ਸਿੰਘ ਖੜਗ ਤੇ ਦੋਨੋਂ ਅਰੇ, ਮਨੋ ਮਸਤ ਹੈ ਉਹ ਕੁੰਜਰ ਫਿਰੇ। ਕਹਿੰਦੇ ਤਲਵਾਰਾਂ ਇਸ ਤਰ੍ਹਾਂ ਨੇ ਜਿਵੇਂ ਵੱਡੇ ਵੱਡੇ ਦੰਦ ਹੋਣ। ਇੱਥੇ ਹਾਥੀਆਂ ਦੇ ਵੀ ਉਦਾਹਰਨ ਦੇ ਦਿੱਤੀ, ਜਿਵੇਂ 2 ਮਸਤ ਹਾਥੀ ਆਪਸ ਵਿੱਚ ਲੜਦੇ ਹੋਣ, ਇਵੇਂ ਦਾ ਭੇੜ ਹੋਇਆ। ਭੁਜ ਦੰਡਨ ਹੈ ਸੁੰਡਾ ਜਨ ਕੇ, ਤੀਸ਼ਣ ਦਸਣ ਅਸਨ ਵੱਡ ਜਨ ਕੇ। ਜਿਨ੍ਹਾਂ ਦੀਆਂ ਬਾਹਾਂ ਬੜੀਆਂ ਵੱਡੀਆਂ ਵੱਡੀਆਂ ਨੇ, ਕਿਉਂਕਿ ਕਾਲੇ ਖਾਂ ਦਾ ਸਰੀਰ ਵੀ ਲੰਬਾ ਚੌੜਾ ਹੈ, ਬਾਹਾਂ ਇਹਦੀਆਂ ਵੀ ਵੱਡੀਆਂ ਤੇ ਮੋਟੀਆਂ ਨੇ। ਇਹਨਾਂ ਬਾਹਾਂ ਨੂੰ ਤੁਲਨਾ ਦਿੱਤੀ ਜਿਵੇਂ ਹਾਥੀ ਦੀਆਂ ਸੁੰਡਾਂ ਹੁੰਦੀਆਂ ਨੇ। ਕਾਲੇ ਖਾਂ ਉਛਰਿਓ ਬਲ ਧਾਰੇ, ਖੜਗ ਉਬਾਰ ਗੁਰੂ ਲਲਕਾਰੇ। ਹੁਣ ਦੇਖੋ 2 ਤੀਰ ਮਾਰੇ ਸਨ ਕਾਲੇ ਖਾਂ ਨੇ, 2 ਵਾਰ ਤੀਰ ਦੇ ਕੀਤੇ ਸਨ। ਕਿਰਪਾਨ ਦਾ ਵਾਰ ਵੀ ਗੁਰੂ ਸਾਹਿਬ ਜੀ ਕਹਿੰਦੇ ਤੂੰ ਪਹਿਲੋਂ ਕਰ ਲੈ। ਪਹਿਲੋਂ ਤੇ ਕਿਰਪਾਨਾਂ ਨਾਲ ਕਿਰਪਾਨਾਂ ਪਿੜੀਆਂ, ਹੁਣ ਉੱਚੀ ਛਾਲ ਮਾਰ ਕੇ ਕਾਲੇ ਖਾਂ ਨੇ ਹੱਥ ਉੱਚਾ ਕਰਕੇ ਆਪਣੀ ਕਿਰਪਾਨ ਪੂਰੇ ਜ਼ੋਰ ਦੇ ਨਾਲ ਗੁਰੂ ਸਾਹਿਬ ਜੀ ਵੱਲੇ ਮਾਰੀ, ਗੁਰੂ ਸਾਹਿਬ ਨੂੰ ਲਲਕਾਰ ਕੇ। ਰਹੋ ਠਾਂਡੋ ਮਾਰਿਓ ਅਬ ਜਾਨ, ਨਹਿ ਜਹ ਅਬ ਲੈ ਕਰ ਪ੍ਰਾਨ। ਨਾਲੇ ਛਾਲ ਮਾਰ ਕੇ ਵਾਰ ਕੀਤਾ, ਨਾਲੇ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਸਾਹਿਬ ਜੀ ਹੁਣ ਖੜੇ ਰਹੋ, ਹੁਣ ਮਰੇ ਸਮਝੋ। ਪਹਿਲਾਂ ਜਦੋਂ ਇਹਨੇ ਪਹਿਲਾ ਤੀਰ ਚਲਾਇਆ ਸੀ ਉਦੋਂ ਵੀ ਇਹੀ ਕੁਝ ਕਿਹਾ ਸੀ ਕਿ ਹੁਣ ਨਹੀਂ ਜਾਣ ਦਿੰਦਾ, ਹੁਣ ਤੁਸੀਂ ਮਰੇ ਸਮਝੋ। ਸਤਿਗੁਰ ਅਧਿਕ ਸ਼ਿਗਰਤਾ ਧਾਰੇ, ਕਰਤ ਚਲਾਕੇ ਸਿਪਰ ਅਗਾਰੇ। ਔਰ ਜਿੰਨੀ ਛੇਤੀ ਜਿੰਨੀ ਜ਼ੋਰ ਦੇ ਨੇ ਵਾਰ ਕੀਤਾ, ਉਨੀ ਛੇਤੀ ਫੁਰਤੀ ਨਾਲ ਚਲਾਕੀ ਕਰਕੇ ਗੁਰੂ ਸਾਹਿਬ ਜੀ ਨੇ ਅੱਗੇ ਆਇਆ, ਇਹਨੂੰ ਆਰਾਮ ਦੇ ਨਾਲ ਜਿਹੜੀ ਸੀ ਢਾਲ ਉਹ ਕਰ ਦਿੱਤੀ। ਰੋਕ ਵਾਰ ਨਿਜ ਖੜਕ ਪ੍ਰਹਾਰਾ, ਕਾਲੇ ਖਾਂ ਤਬੇ ਬਲ ਧਾਰਾ। ਸਤਿਗੁਰੂ ਜੀ ਨੇ ਢਾਲ ਦੇ ਉੱਤੇ ਵਾਰ ਰੋਕਿਆ, ਫਿਰ ਆਪਣਾ ਇੱਕ ਵਾਰ ਕੀਤਾ। ਸਤਿਗੁਰੂ ਜੀ ਨੇ ਅੱਗੋਂ ਵਾਰ ਕੀਤਾ ਹੈ ਤੇ ਕਾਲੇ ਖਾਂ ਨੇ ਬੜੀ ਤਾਕਤ ਦੇ ਨਾਲ ਉਸ ਵਾਰ ਨੂੰ ਰੋਕਿਆ ਹੈ। ਅਸਲ ਵਿੱਚ ਗੁਰੂ ਸਾਹਿਬ ਜੀ ਨੇ ਵਾਰ ਕੀਤੇ ਇਸ ਢੰਗ ਨਾਲ ਕਿ ਹਲੇ ਇੱਕ ਦਾ ਵਾਰ ਹੋਰ ਵੇਖੀਏ ਕਿ ਕਾਲੇ ਖਾਂ ਕਿੰਨੀ ਕੁ ਗੱਤਕਾਬਾਜੀ ਜਾਣਦਾ ਹੈ। ਲਿਓ ਖੜਗ ਪਰ ਖੜਗ ਸੋ ਮਾਰਾ, ਨਿਕਸਤ ਭਈ ਬ੍ਰਿੰਦ ਚਿਨਕਾਰਾ। ਗੁਰੂ ਸਾਹਿਬ ਦਾ ਵਾਰ ਇਹਨੇ ਰੋਕਿਆ, ਫਿਰ ਢਾਲ ਦੇ ਨਾਲ ਢਾਲ ਵੱਜੀ, ਉਹਨਾਂ ਦੇ ਵਿੱਚੋਂ ਚੰਗਿਆਰੀਆਂ ਨਿਕਲੀਆਂ, ਢਾਲਾਂ ਚਮਕ ਗਈਆਂ। ਗਇਓ ਫਰਕ ਕਰ ਕਾਲੇ ਖਾਂ, ਭਇਓ ਨਿਫਲ ਦਵੈ ਵਾਰ ਕਿਰਪਾਨ। ਕਹਿੰਦੇ ਕਾਲੇ ਖਾਂ ਨੇ ਦੂਜਾ ਵਾਰ ਕੀਤਾ, ਉਹ ਵੀ ਨਿਫਲ ਹੋ ਗਿਆ, ਖਾਲੀ ਗਿਆ। ਏਡਾ ਬਲਵਾਨ ਪਰ ਕੰਮ ਕੋਈ ਨਹੀਂ ਸਰਿਆ, 2 ਵਾਰ ਕੀਤੇ, ਦੋਵੇਂ ਖਾਲੀ ਗਏ। ਪਹਿਲੋਂ 2 ਤੀਰ ਚਲਾਏ ਸਨ,
ਇੱਕ ਥੋੜਾ ਜਿਹਾ ਛੂਹ ਕੇ ਨਿਕਲਿਆ, ਦੂਜਾ ਫਿਰ ਬਿਲਕੁਲ ਖਾਲੀ ਗਿਆ। ਇੱਕ ਕਿਰਪਾਨ ਦੇ ਵਾਰ ਦੂਸਰਾ ਵੀ ਬਿਲਕੁਲ ਖਾਲੀ ਗਿਆ। ਥਕਤ ਰਨ ਦੋਨੋਂ ਜੋਧਾ ਭਾਰੇ, ਪੁਨ ਅਬਿਲਾਖਤ ਕਰਨ ਪ੍ਰਹਾਰੇ। ਪਰ ਕਾਲੇ ਖਾਂ ਵੀ ਭਾਵੇਂ ਸਰੀਰ ਕਰਕੇ ਭਾਰਾ ਵੀ ਸੀ, ਪਰ ਜਿਹੜੇ ਯੋਧੇ ਹੁੰਦੇ ਨੇ ਜਿੰਨੇ ਜੇ ਭਾਰੇ ਹੁੰਦੇ ਨੇ ਉਨੀ ਇਹ ਐਕਸਰਸਾਈਜ਼ ਵੀ ਜ਼ਿਆਦਾ ਕਰਦੇ ਨੇ, ਛਾਲਾਂ ਬੜੀਆਂ ਮਾਰਦੇ ਨੇ। ਛਾਲਾਂ ਮਾਰਦਾ ਕੁੱਦਦਾ ਪਰ ਹਜੇ ਹਾਰਿਆ ਨਹੀਂ, ਥੱਕਿਆ ਨਹੀਂ। ਉਧਰੋਂ ਗੁਰੂ ਸਾਹਿਬ ਜੀ ਵੀ ਉਸੇ ਤਰ੍ਹਾਂ ਆਪਣੇ ਚਰਨ ਛੇਤੀ ਨਾਲ ਅੱਗੇ ਪਿੱਛੇ ਕਰ ਰਹੇ ਨੇ। ਲਾਏ ਘਾਤ ਪੁਨ ਢੁਕਿਓ ਨੇਰ, ਦੋਨੋਂ ਕੀਨ ਭੀਮ ਪਟ ਪੇਰ। ਸਤਿਗੁਰੂ ਜੀ ਕਹਿੰਦੇ ਕਾਲੇ ਖਾਂ ਇੱਕ ਵਾਰ ਹੋਰ ਕਰ ਲੈ, ਪਹਿਲੋਂ ਤਾਂ ਤੀਰ ਸਨ, ਹੁਣ ਕਿਰਪਾਨਾਂ ਦਾ ਆਖਰੀ ਵਾਰ ਹੈ। ਜਦੋਂ ਅਸੀਂ ਕੀਤਾ ਫਿਰ ਤੇਰੇ ਕੋਲ ਸਮਾਂ ਮੌਕਾ ਨਹੀਂ ਬਚਣਾ। ਇਹਨੇ ਘਾਤ ਲਾ ਕੇ ਦਾ ਕਰਕੇ ਨੇੜੇ ਹੋਇਆ ਢੁਕਿਆ, ਤੀਸਰਾ ਵਾਰ ਕਰਨਾ ਚਾਹੁੰਦਾ ਹੈ। ਅੰਤੇ ਪੁਰਤ ਹਿਰਤ ਹੈ ਸਾਰਾ, ਤਰਾਸ ਤੁਰਕ ਬ੍ਰਿੰਦਨ ਤੇ ਧਾਰਾ। ਪਰ ਅੰਦਰ ਕੀਰਤ ਕਰਤਾਰਪੁਰ ਸਾਹਿਬ ਦੇ ਅੰਦਰ, ਘਰਾਂ ਦੇ ਅੰਦਰ ਝਰੂਖਿਆਂ ਦੇ ਵਿੱਚੋਂ ਬੀਬੀਆਂ ਵੇਖ ਰਹੀਆਂ ਨੇ, ਗੁਰੂ ਸਾਹਿਬ ਦੇ ਮਹਿਲ ਵੇਖ ਰਹੇ ਨੇ, ਗੁਰੂ ਸਾਹਿਬ ਦੀਆਂ ਨਹੁੰਆਂ ਵੇਖ ਰਹੀਆਂ ਨੇ, ਹੋਰ ਕਰਤਾਰਪੁਰ ਦੀਆਂ ਸੰਗਤਾਂ ਵਿੱਚੋਂ ਬੀਬੀਆਂ ਵੇਖ ਰਹੀਆਂ ਨੇ। ਔਰ ਬੀਬੀਆਂ ਦੇ ਅੰਦਰ ਕਿਤੇ ਨਾ ਕਿਤੇ ਡਰ ਪੈ ਗਿਆ ਕਿ ਕਾਲੇ ਖਾਂ ਤਿਆੜੀ ਗਿਆ ਹੈ। ਇਹ ਪੈਂਦੇ ਖਾਂ ਨਾਲੋਂ ਵੀ ਵੱਡਾ ਲੱਗਦਾ ਸਰਦਾਰ ਹੈ, ਤੇ ਪੈਂਦੇ ਖਾਂ ਨਾਲੋਂ ਵੀ ਤਗੜਾ। ਇਹ ਤਾਂ ਗੁਰੂ ਸਾਹਿਬ ਜੀ ਗਿਆੜੀ ਗਿਆ ਹੈ। ਗੁਰੂ ਬੀਰ ਯਾਰ ਤੁਰਕ ਜੇ ਬਾਚੇ, ਰਣ ਖੇਰਤ ਸੰਸੈ ਚਿਤ ਰਾਚੇ। ਗੁਰੂ ਜੀ ਦੇ ਸੂਰਬੀਰ ਯੋਧੇ ਜਿਹੜੇ ਤੁਰਕ ਬਾਕੀ ਬਚੇ, ਕਹਿੰਦੇ ਉਹ ਵੀ ਵਿੱਥ ਪਾ ਕੇ ਵੇਖ ਰਹੇ ਨੇ। ਉਹਨਾਂ ਦੇ ਅੰਦਰ ਵੀ ਇੱਕ ਸ਼ੰਕਾ ਜਿਹੀ ਆ ਗਈ ਕਿ ਇਹ ਕਾਲੇ ਖਾਂ ਸ਼ਾਇਦ ਹੁਣ ਅੜ ਗਿਆ ਹੈ, ਕਿ ਕਾਲੇ ਖਾਂ ਸ਼ਾਇਦ ਹਜੇ ਬਹੁਤ ਸਮਾਂ ਲੜੇਗਾ। ਅਰਿਓ ਤੁਰਕ ਨਹਿ ਮਾਰਿਓ ਗਇਓ, ਘਾਤ ਖੜਗ ਕੋ ਫਿਰ ਕੀਓ। ਸਾਰਿਆਂ ਦੇ ਮਨ ਵਿੱਚ ਇਹ ਆਉਂਦੀ ਹੈ ਕਿ ਕਾਲੇ ਖਾਂ ਅੜ ਗਿਆ ਹੈ, ਇਹ ਮਾਰਿਆ ਨਹੀਂ ਗਿਆ, ਬਾਰ-ਬਾਰ ਵਾਰ ਕਰਦਾ ਹੈ, ਗੁਰੂ ਦਾ ਵਾਰ ਰੋਕ ਲੈਂਦਾ ਹੈ। ਬੇਦੇ ਚੰਦ ਆਦਿਕ ਬੜ ਜੋਧਾ, ਪਿੱਖੇ ਤੁਰਕ ਹੋਰ ਬਾਡੇ ਕਰੋਧਾ। ਭਾਈ ਬੇਦੇ ਚੰਦ ਆਦਿਕ ਸਿੱਖ ਵੇਖਦੇ ਨੇ, ਸਿੱਖ ਜਾਣਦੇ ਨੇ ਕਿ ਗੁਰੂ ਸਾਹਿਬ ਜੀ ਤੇ ਹਜੇ ਨੂੰ ਖਿਡਾਉਂਦੇ ਪਏ ਨੇ, ਪਰ ਗੁੱਸਾ ਬੜਾ ਚੜ੍ਹਦਾ ਕਿ ਗੁਰੂ ਸਾਹਿਬ ਜੀ ਕਦੇ ਮਾੜਾ ਜਿਹਾ ਹੁਕਮ ਕਰਨ ਤੇ ਕਾਲੇ ਖਾਂ ਦਾ ਸਿਰ ਮੈਂ ਹੀ ਨਾ ਵੱਢ ਦੇਂ ਜਾ ਕੇ। ਸਭ ਕੇ ਮਨ ਕੇ ਸਤਿਗੁਰ ਜਾਣੇ, ਚਾਹਤ ਭਏ ਕਰਨ ਰਿਪਹਾਨੀ। ਔਰ ਅਰਦਾਸ ਸਾਰੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਕਰਦੇ ਨੇ। ਧੰਨ ਗੁਰੂ ਛੇਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਜੋਤ ਹੈ ਨਾ, ਸਾਰਿਆਂ ਦੇ ਅੰਦਰ ਦੀ ਗੱਲ ਜਾਣ ਲਈ ਕਿ ਸਾਰੇ ਚਾਹੁੰਦੇ ਨੇ ਕਿ ਹੁਣ ਕਾਲੇ ਖਾਂ ਦਾ ਭੋਗ ਪਾ ਹੀ ਦਿੱਤਾ ਜਾਏ। ਬਥੇਰਾ ਖਿਡਾ ਲਿਆ, ਬਥੇਰੇ ਵਾਰ ਦੇਖ ਲਏ ਨੇ, ਹੁਣ ਇਹਦਾ ਕੰਮ ਖਤਮ ਕਰੀਏ। ਆਏ ਪਰਿਓ ਕਰ ਖੜਗ ਪ੍ਰਹਾਰ, ਕਾਲੇ ਖਾਂ ਮਹਾਬਲ ਧਾਰ। ਹੁਣ ਤੀਜੀ ਵਾਰੀ ਕਾਲੇ ਖਾਂ ਪੂਰਾ ਜ਼ੋਰ ਲਾ ਕੇ ਤੀਜਾ ਵਾਰ ਕਰਨ ਵਾਸਤੇ ਆਇਆ, ਛਾਲ ਮਾਰ ਕੇ ਉੱਚੀ ਕਿਰਪਾਨ ਚੁੱਕੀ ਹੈ। ਸ੍ਰੀ ਹਰਗੋਬਿੰਦ ਢਾਲ ਸੰਭਾਲ, ਰੋਕ ਵਾਰ ਕੋ ਮਾਰੀ ਭਾਲ। ਸਤਿਗੁਰੂ ਜੀ ਨੇ ਢਾਲ ਚੁੱਕੀ, ਵਾਰ ਰੋਕਿਆ ਤੇ ਢਾਲ ਇਹਦੇ ਮੱਥੇ ਤੇ ਮਾਰੀ। ਤੀਸਰਾ ਵਾਰ ਵੀ ਰੋਕ ਲਿਆ, ਖਾਲੀ ਗਿਆ। ਮੱਥੇ ਤੇ ਜਦੋਂ ਵੱਜੇ ਤੇ ਸੁਭਾਵਕ ਹੈ ਫਿਰ ਥੋੜੇ ਬਹੁਤੇ ਚੱਕਰ ਤੈਨੂੰ ਆਏ ਹੋਣਗੇ। ਬਲ ਤੇ ਹਣੇ ਗਿਰਨ ਲੱਗ ਪਾਛੇ, ਕਰਾ ਚੋਲ ਬਾਹਿਓ ਤਬ ਆਛੇ। ਕਿਉਂਕਿ ਜਿਹੜੇ ਢਾਲ ਮਾਰੀ ਉਹ ਵੀ ਥੋੜ੍ਹੀ ਜਿਹੀ ਜ਼ੋਰ ਨਾਲ ਮਾਰੀ। ਇਹ ਗਸ਼ ਖਾ ਕੇ ਡਿੱਗਣ ਲੱਗਿਆ ਪਿੱਛੇ ਨੂੰ, ਉਹਨੇ ਚਿਰ ਨੂੰ ਗੁਰੂ ਸਾਹਿਬ ਜੀ ਨੇ ਕਿਰਪਾਨ ਦਾ ਵਾਰ ਵੀ ਕਰ ਦਿੱਤਾ। ਕਰਾ ਚੌਲ ਸ਼ਬਦ ਇੱਥੇ ਵਰਤਿਆ। ਮੈਂ ਬੇਨਤੀ ਕੀਤੀ ਕਿ ਕਿਰਪਾਨ ਨਾਲੋਂ ਥੋੜ੍ਹੀ ਜਿਹੀ ਚੌੜੀ ਹੁੰਦੀ ਹੈ, ਕਿਰਪਾਨ ਵਰਗੀ ਹੈ ਪਰ 4 ਉਂਗਲਾਂ ਚੌੜੀ। ਔਰ ਕਿਰਪਾਨ ਦਾ ਜਿਹੜਾ ਕਰਾ ਚੌਲ ਦਾ ਵਾਰ ਕਿਹੜੇ ਢੰਗ ਨਾਲ ਕੀਤਾ। ਬਿਹਬਲ ਤੇ ਨਾ ਬਚਾਇਓ ਗਇਓ, ਲੱਗਿਓ ਸੀਸ ਚੀਰਤ ਬੱਪ ਭਇਓ। ਕਿਉਂਕਿ ਕਾਲੇ ਖਾਂ ਦੇ ਮੱਥੇ ਤੇ ਢਾਲ ਵੱਜੀ ਸੀ, ਬਿਹਬਲ ਤੇ ਉਹ ਹੋ ਗਿਆ ਸੀ, ਚੱਕਰ ਆਉਣ ਲੱਗ ਗਏ ਸਨ। ਗੁਰੂ ਸਾਹਿਬ ਦਾ ਵਾਰ ਨਹੀਂ ਉਹਦੇ ਤੋਂ ਰੁਕਿਆ ਗਿਆ। ਵਾਰ ਗੁਰੂ ਸਾਹਿਬ ਨੇ ਸਿਰ ਦੇ ਵਿੱਚ ਕੀਤਾ ਉੱਤੋਂ ਦੀ, ਔਰ ਇਹ ਕਿਰਪਾਨ ਜਿਹੜੀ ਸਿਰ ਨੂੰ ਚੀਰਦੀ ਹੋਈ ਰੁਕੀ ਨਹੀਂ। ਏਕ ਆਂਖ ਏਕ ਹੀ ਸ਼੍ਰੋਣ, ਇੱਕ ਕਰ ਇੱਕ ਪੱਗ ਖੰਡ ਸੁਦੌਣ। ਐਨ ਸਿਰ ਦੇ ਵਿੱਚ ਜੀ ਮਾਰਿਆ, ਔਰ ਇੰਨੀ ਜ਼ੋਰ ਦੀ ਮਾਰਿਆ ਕਿਰਪਾਨ ਦਾ ਵਾਰ। ਇੱਕ ਅੱਖ ਇੱਕ ਕੰਨ ਇੱਕ ਪਾਸੇ ਰਹਿ ਗਿਆ।
ਇਹਦੀ ਇੱਕ ਬਾਂਹ ਇੱਕ ਲੱਤ ਇੱਕ ਪਾਸੇ ਰਹਿ ਗਈ। ਸਿਰ ਤੋਂ ਲੈ ਕੇ ਥੱਲੇ ਤੱਕ ਤੋੜ ਤੱਕ ਚੀਰਦੇ ਗਏ, ਪੂਰੇ ਸਰੀਰ ਦੇ 2 ਟੁਕੜੇ ਕੀਤੇ ਜੀ, ਉੱਤੋਂ ਲੈ ਕੇ ਥੱਲੇ ਤੱਕ। ਅਰਧੋ ਅਰਧ ਸੋ ਚੀਰਨ ਕਰਤੇ ਪੁਣ ਤਰਵਾਰ ਬਰੇ ਕੁਛ ਧਰਤੇ। ਅੱਧੋ ਅੱਧ ਵਿਚਕਾਰ ਚੀਰਦਿਆਂ ਹੋਇਆ ਕਿਰਪਾਨ ਫਿਰ ਵੀ ਨਹੀਂ ਰੁਕੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇੱਕ ਬਾਂਹ ਇੱਕ ਲੱਤ ਇੱਕ ਅੱਖ ਇੱਕ ਕੰਨ, ਸਾਰਾ ਧੜ ਇੱਕ ਪਾਸੇ ਰਹਿ ਗਿਆ, ਕਿਰਪਾਨ ਥੱਲਿਓਂ ਦੀ ਨਿਕਲ ਕੇ ਜਾ ਕੇ ਧਰਤੀ ਦੇ ਵਿੱਚ ਵੀ ਧਸ ਗਈ, ਰੁਕੀ ਨਹੀਂ। ਹੋਏ ਜੁਗ ਖੰਡ ਪਰੇ ਤਰਫੰਤੇ ਗਇਓ ਪਿਸ਼ਤ ਕੋ ਪਾਸੁਖਵੰਤੇ। ਹੁਣ ਕਵੀ ਸੰਤੋਖ ਸਿੰਘ ਲਿਖਦੇ ਨੇ ਪੂਰੇ 2 ਟੁਕੜੇ ਸਰੀਰ ਦੇ ਹੋਏ, ਤੜਫਦੇ ਨੇ ਹੱਲੇ, ਪਰ ਗਇਓ ਪਿਸ਼ਤ ਕੋ ਪਾਸੁਖਵੰਤੇ। ਇਹ ਸੁਖੀ ਹੋ ਕੇ ਗਿਆ ਬਸਤੀਤਾ ਨੂੰ ਹੈ, ਇਹ ਨਰਕਾਂ ਨੂੰ ਨਹੀਂ ਕਿਹਾ ਗਿਆ, ਬਕੁੰਠ ਨੂੰ ਹੈ, ਕਿਉਂਕਿ ਮੇਰੇ ਸਤਿਗੁਰੂ ਦੇ ਹੱਥੋਂ ਇਹਦਾ ਮਾਰਿਆ ਨਹੀਂ ਗਿਆ, ਇੱਕ ਤਰ੍ਹਾਂ ਦਾ ਉਧਾਰ ਹੋਇਆ ਹੈ। ਦੇਖਤ ਜੈ ਜੈ ਬਾਗ ਉਚਾਰਾ ਬਜੋ ਫਤਿਹ ਕੋ ਅਧਿਕ ਨਗਾਰਾ। ਹੁਣ ਜਿਹੜੇ ਥੋੜਾ ਸਮਾਂ ਪਹਿਲੋਂ ਡਰਦੇ ਪਏ ਸਨ, ਕਾਲੇ ਖਾਂ ਤੇ ਆੜੀ ਗਿਆ, ਜਦੋਂ ਦੇਖਿਆ ਕਿ ਟੁਕੜੇ 2 ਕਰ ਦਿੱਤੇ ਨੇ, ਸਾਰੇ ਪਾਸੇ ਸਤਿਗੁਰੂ ਦੀ ਜੈ ਜੈਕਾਰ ਹੋਈ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਕਹਿ ਦਿੱਤਾ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਜੈ ਜੈਕਾਰ ਸਾਰੇ ਨੇ ਕੀਤੀ, ਫਤਿਹ ਦਾ ਜਿੱਤ ਦਾ ਨਗਾਰਾ ਵਜਾ ਦਿੱਤਾ। ਬਚੇ ਤੁਰਕ ਕੁਛ ਚੱਲੇ ਪਲਾਏ ਭੂਪ ਬਿਨਾ ਕੋ ਕਰੇ ਲੜਾਈ। ਥੋੜੇ ਜਿਹੇ ਜਿਹੜੇ ਬਚੇ ਤੁਰਕ ਉਹ ਕਾਲੇ ਖਾਂ ਦੇ 2 ਟੁਕੜੇ ਵੇਖ ਕੇ ਮੈਦਾਨ ਛੱਡ ਕੇ ਭੱਜ ਗਏ, ਔਰ 1 ਲੱਖ ਦੇ ਕਰੀਬ ਮਾਰੇ ਗਏ। ਥੋੜੇ ਜਿਹੇ ਜਿਹੜੇ ਭੱਜੇ ਬਸ ਉਹੀ ਬਚੇ। ਤਜ ਰਣ ਖੇਤ ਨਿਕੇਤ ਸਿਧਾਰੇ ਦਈ ਸਬਣ ਕੇ ਸੁਧ ਰਣ ਮਾਰੇ। ਇਹ ਜਿਹੜੇ ਬਚੇ ਹੋਏ ਰਣ ਖੇਤਰ ਨੂੰ ਛੱਡ ਕੇ ਭੱਜ ਗਏ, ਜਦੋਂ ਦੇਖਿਆ ਕਾਲੇ ਖਾਂ ਦੇ 2 ਟੁਕੜੇ ਹੋ ਗਏ। ਇਹ ਗਏ ਨੇ ਲਾਹੌਰ ਜਾ ਕੇ ਕਈਆਂ ਤੁਰਕਾਂ ਦੇ ਜਿਨ੍ਹਾਂ ਨੂੰ ਜਾਣਦੇ ਸਨ ਉਹਨਾਂ ਘਰਾਂ ਦੇ ਵਿੱਚ ਸੁੱਧ ਦਿੱਤੀ ਕਿ ਜਿਹੜੇ ਜਿਹੜੇ ਤੁਹਾਡੇ ਲੜਨ ਗਏ ਸਨ ਉਹ ਤੇ ਉੱਥੇ ਰਹਿ ਕੇ ਉਹਨਾਂ ਦੇ ਟੁਕੜੇ ਹੋ ਗਏ ਨੇ, ਮਾਰੇ ਗਏ ਨੇ। ਜਹ ਕਹਿ ਵਿਧਵਾ ਗਣ ਤੁਰ ਕਾਨੀ ਸਿਰ ਮੁਖ ਪੀਟਤ ਦੁਖੀ ਮਹਾਨੀ। ਹੁਣ ਇਹਨਾਂ ਤੁਰਕਾਂ ਦੇ ਘਰਾਂ ਵਿੱਚ ਜਿੱਥੇ ਜਿੱਥੇ ਖਬਰ ਗਈ, ਕਈ ਵਿਧਵਾ ਹੋ ਗਈਆਂ, ਕਈਆਂ ਦੇ ਮਾਵਾਂ ਦੇ ਪੁੱਤਰ ਸਨ ਜਵਾਨ, ਉਹ ਮਾਰੇ ਗਏ। ਘਰ ਘਰ ਦੇ ਵਿੱਚ ਵੈਣ ਪੈਣ ਲੱਗੇ, ਘਰ ਘਰ ਦੇ ਵਿੱਚ ਉੱਚੀ ਉੱਚੀ ਕੂਕਾਂ ਦੀ ਆਵਾਜ਼ ਆਉਂਦੀ ਹੈ। ਉਤ ਕਾਬਲਪੁਰ ਦਿੱਲੀ ਦੇਸ਼ ਚਾਕਰ ਗ੍ਰਾਮਣ ਨਗਰ ਅਸ਼ੇਸ਼। ਉਧਰੋਂ ਕਾਬਲ ਤੋਂ ਲੈ ਕੇ ਦਿੱਲੀ ਤੱਕ ਪਿੰਡਾਂ ਸ਼ਹਿਰਾਂ ਦੇ ਵਿੱਚ ਜਿੰਨੇ ਬਾਦਸ਼ਾਹ ਦੇ ਨੌਕਰ ਨੇ, ਨੌਕਰ ਤੋਂ ਭਾਵ ਜਿਹੜੇ ਸੂਰਬੀਰ ਨੇ, ਜਿਹੜੇ ਸੈਨਿਕ ਨੇ, ਉਹਨਾਂ ਵਿੱਚ ਵੀ ਹਲਚਲ ਮੱਚ ਗਈ ਸਾਰਿਆਂ 'ਚ। ਸ਼ੌਕ ਬਾਸ ਕਰ ਵਿੱਚ ਤੁਰਕਾਨੇ ਭਰਾਤ ਪਿਤਾਦ ਬੰਦ ਜਨਹਾਨੇ। ਤੁਰਕਾਂ ਵਿੱਚ ਸ਼ੋਕ ਮੱਚ ਗਿਆ, ਕਿਸੇ ਦਾ ਭਰਾ ਮਾਰਿਆ ਗਿਆ, ਕਿਸੇ ਦਾ ਪਿਓ ਮਾਰਿਆ ਗਿਆ, ਕਿਸੇ ਦਾ ਕੋਈ ਰਿਸ਼ਤੇਦਾਰ ਮਾਰਿਆ ਗਿਆ। ਕਿਸ ਕੋ ਪੁੱਤਰ ਭਤੀਜਾ ਕਾਹੂ ਗਏ ਸੰਘਾਰਨ ਸੰਗਰ ਮਾਹੂ। ਕਿਸੇ ਦਾ ਪੁੱਤਰ ਗਿਆ ਸੀ, ਕਿਸੇ ਦਾ ਭਤੀਜਾ ਗਿਆ ਸੀ, ਛਾਤੀਆਂ ਠੋਕਦਾ ਹੋਇਆ ਗਿਆ ਸੀ। ਕਿਸੇ ਦੇ ਗੁਰੂ ਸਾਹਿਬ ਨੂੰ ਫੜ ਲਿਆਉਣਾ, ਉਹਨਾਂ ਦੇ ਘਰਾਂ ਵਿੱਚ ਵੈਣ ਪੈਂਦੇ ਨੇ। ਗੁਰੂ ਬੇਰਤਾ ਜਾਹਰ ਭਾਰੇ ਬਚੋ ਕੌਣ ਜੋ ਗਇਓ ਅਗਾਰੇ। ਔਰ ਗੁਰੂ ਦੇ ਸੂਰਬੀਰਤਾ ਜੱਗ ਦੇ ਵਿੱਚ ਜ਼ਾਹਰ ਹੋਈ। ਸਾਰੇ ਕਹਿੰਦੇ ਨੇ ਐਸਾ ਕੋਈ ਨਹੀਂ ਜਿਹੜਾ ਗੁਰੂ ਸਾਹਿਬ ਦੇ ਸਾਹਮਣੇ ਜਾ ਕੇ ਅੜਿਆ ਹੋਵੇ ਤੇ ਫਿਰ ਬਚ ਵੀ ਗਿਆ ਹੋਵੇ। ਜਹਾਂ ਕਹਾਂ ਤੁਰਕਣ ਕੇ ਓਕ ਕੀਨ ਅਕਾਰੋ ਕੰਜਰ ਸ਼ੋਕ। ਜਿੱਥੇ ਕਿੱਥੇ ਵੀ ਤੁਰਕਾਂ ਦੇ ਘਰ ਸਨ, ਉੱਥੇ ਉੱਥੇ ਕਹਿੰਦੇ ਸ਼ੋਕ ਪਿਆ ਹੈ, ਉੱਥੇ ਉੱਥੇ ਰੋਣਾ ਪਿਆ ਹੈ। ਨਾਇਣ ਦੇਤ ਤਲੀਮਣ ਨਾਚਤ ਹੈ ਉਹ ਗਾਇਬੋ ਮਾਚਤ। ਹੁਣ ਜਿਹੜੇ ਨਾਇਣ ਜੇ ਤਲੀਮ ਦਿੰਦੇ ਨੈਣਾ ਹੁੰਦੀਆਂ ਸਨ ਨਾ ਪਹਿਲੋਂ ਰੋਣ ਵਾਸਤੇ, ਅੱਗੇ ਅੱਗੇ ਉਹਨੇ ਬੋਲੀ ਜੀ ਪਾਉਣੀ ਤੇ ਪਿੱਛੇ ਬੀਬੀਆਂ ਨੇ ਉਹ ਬੋਲੀ ਚੁੱਕਣੀ। ਆਪਣੇ ਵੱਲੋਂ ਉਹਨੂੰ ਰੋਣਾ ਹੀ ਕਹਿੰਦੇ ਸਨ ਪਰ ਬੋਲੀਆਂ ਹੀ ਪਾਉਂਦੀਆਂ ਸਨ। ਇਵੇਂ ਦੀਆਂ ਬੋਲੀਆਂ ਉਹਨਾਂ ਸਮੇਂ 'ਚ ਪੈਂਦੀਆਂ ਸਨ। ਨੈਣ ਆਉਂਦੀ ਹੈ, ਉਹ ਅੱਗੇ ਬੋਲੀ ਚੁੱਕਦੀ, ਪਿੱਛੇ ਜਿਹੜੀਆਂ ਰੋਣ ਵਾਲੀਆਂ ਰੋਂਦੀਆਂ ਨੇ।
ਇਸ ਬਿਦ ਕੇ ਗਤ ਲਹਿ ਤੁਰਕਾਨਾ ਭਣੇ ਸਿਆਣੇ ਭਾਵ ਬਹੋਹਾਨਾ। ਇਸ ਤਰ੍ਹਾਂ ਤੁਰਕਾਂ ਦੀ ਇਹ ਹਾਨੀ ਹੋਈ, ਨੁਕਸਾਨ ਹੋਇਆ। ਜਿਹੜੇ ਸਿਆਣੇ ਲੋਕ ਨੇ ਉਹ ਇਸ ਤਰ੍ਹਾਂ ਫਿਰ ਗੱਲਾਂ ਕਰਦੇ ਨੇ। ਚਾਰ ਜੰਗ ਮੈਂ ਦਿਓ ਖਪਾਈ ਸ਼ਹੀਦ ਮੁਗਲ ਖਾਨ ਸਮਧਾਈ। ਇਹਨਾਂ ਮੁਗਲਾਂ ਦੇ ਵਿੱਚ ਬਜ਼ੁਰਗ ਸਿਆਣੇ ਜਿਹੜੇ ਨੇ ਉਹ ਗੱਲਾਂ ਕਰ ਰਹੇ ਨੇ ਕਿ ਚਾਰ ਜੰਗਾਂ ਹੋਈਆਂ। ਗੁਰੂ ਸਾਹਿਬ ਨੇ ਚਾਰੇ ਜੰਗਾਂ ਦੇ ਵਿੱਚ ਚਾਹੇ ਕੋਈ ਪਠਾਨ ਸੀ, ਚਾਹੇ ਕੋਈ ਸ਼ਹੀਦ ਸੀ, ਚਾਹੇ ਕੋਈ ਮੁਗਲ ਸੀ, ਜਿੰਨੇ ਗਏ ਸਭ ਨੂੰ ਖਪਾ ਦਿੱਤਾ। ਅਬ ਪੇ ਪਠੇ ਸ਼ਾਹੂ ਜੇ ਲਸ਼ਕਰ ਸਰਬ ਨੰਬੇਰੇ ਰਣ ਕੋ ਕਰ ਕਰ। ਔਰ ਕਹਿੰਦੇ ਗਿਣਤੀ ਦੀ ਤਾਂ ਗੱਲ ਹੀ ਕੋਈ ਨਹੀਂ, ਕਿਉਂਕਿ ਪਹਿਲੇ ਜੰਗ 'ਚ 7000 ਗਏ ਸੀ, ਚੌਥੇ ਹਜ਼ਾਰ 'ਚ ਲੱਖ ਦੇ ਕਰੀਬ ਗਈ ਸੀ। ਉਹ ਆਪਸ ਵਿੱਚ ਗੱਲਾਂ ਕਰਦੇ ਨੇ ਜੇ ਬਾਦਸ਼ਾਹ ਹੁਣ ਵੀ ਲੱਖ ਦੀ ਬਜਾਏ ਕਈ ਲੱਖ ਵੀ ਫੌਜਾਂ ਭੇਜਦੇ ਨਾ, ਗੁਰੂ ਸਾਹਿਬ ਜੀ ਨੂੰ ਉਹਨਾਂ ਸਾਰਿਆਂ ਨੂੰ ਨਿਬੇੜ ਦੇਣਾ ਹੈ, ਸਾਰਿਆਂ ਨੂੰ ਇਸੇ ਰਸਤੇ ਪਹੁੰਚਾ ਦੇਣਾ ਹੈ। ਨਹੀਂ ਚਾਕਰੇ ਜੋ ਅਬ ਕਰ ਹੈ ਪ੍ਰਾਣ ਸਹਿਤ ਸੋ ਤੁਰਕ ਉਬਰ ਹੈ। ਕਹਿੰਦੇ ਨੇ ਜਿਹੜਾ ਤੇ ਸਿਆਣਾ ਬੰਦਾ ਅੱਜ ਤੋਂ ਬਾਅਦ ਬਾਦਸ਼ਾਹ ਦੀ ਨੌਕਰੀ ਨਹੀਂ ਕਰੇਗਾ ਫੌਜ ਦੀ, ਕਿ ਬਾਦਸ਼ਾਹ ਤੇ ਮਰਨ ਵਾਸਤੇ ਗੁਰੂ ਕੋਲ ਭੇਜ ਦਿੰਦਾ ਹੈ। ਔਰ ਜਿਹੜਾ ਇੱਥੇ ਆਉਂਦਾ ਬਚਦਾ ਕੋਈ ਨਹੀਂ। ਇਹ ਤੁਰਕਨ ਦੇ ਜਿਹੜੇ ਸਿਆਣੇ ਲੋਕ ਨੇ, ਬਜ਼ੁਰਗ ਲੋਕ ਆਪਸ ਵਿੱਚ ਗੱਲਾਂ ਕਰਦੇ ਨੇ। ਨਾਹੇ ਤਾ ਦਹਿ ਗੁਰੂ ਖਪਾਏ ਸ਼ਾਹ ਕ੍ਰੋਧ ਕਰ ਤਾਹ ਪਟਾਏ। ਕਹਿੰਦੇ ਕੋਈ ਫੌਜ ਵਿੱਚ ਭਰਤੀ ਨਹੀਂ ਹੋਏਗਾ, ਬਾਦਸ਼ਾਹ ਦੀ ਫੌਜ ਵਿੱਚ ਕੋਈ ਨਹੀਂ ਭਰਤੀ ਹੋਏਗਾ, ਕਿਉਂਕਿ ਕਹਿੰਦੇ ਨੇ ਨਹੀਂ ਤਾਂ ਬਾਦਸ਼ਾਹ ਨੇ ਤਾਂ ਭੇਜ ਦੇਣਾ ਗੁਰੂ ਕੋਲ ਲੜਨ ਵਾਸਤੇ, ਫੜਨ ਵਾਸਤੇ। ਗੁਰੂ ਸਾਹਿਬ ਨੇ ਜਿਵੇਂ ਪਹਿਲੇ ਖਪਾਏ ਨੇ ਸਾਨੂੰ ਵੀ ਖਪਾ ਦੇਣਾ ਹੈ। ਇਸ ਤੇ ਆਦ ਅਣਕ ਬਿਦ ਬਾਤੇ ਕਰੇ ਤੁਰਕ ਮਿਲ ਸੰਕਟ ਛਾਤੇ। ਇਸ ਤਰ੍ਹਾਂ ਦੁਖੀ ਹੋਏ ਜਿਹੜੇ ਇਹ ਤੁਰਕ ਨੇ, ਇਸ ਤਰ੍ਹਾਂ ਦੀਆਂ ਅਨੇਕਾਂ ਹੋਰ ਗੱਲਾਂ ਕਰਦੇ ਨੇ ਕਿ ਬਾਦਸ਼ਾਹ ਨਹੀਂ ਸੋਚਦਾ, ਨਹੀਂ ਸਮਝਦਾ, ਇਹਦੀ ਫੌਜ ਵਿੱਚ ਹੁਣ ਕਿਸੇ ਨੇ ਭਰਤੀ ਹੋਣਾ। ਸਤਿਗੁਰ ਕਾ ਲੇਖਾ ਜਬ ਹਯੋ ਚਤੁਰ ਘਟੇ ਦਿਨ ਤਬ ਰਹਿ ਗਇਓ। ਹੁਣ ਸਤਿਗੁਰੂ ਨੇ ਜਦੋਂ ਕਾਲੇ ਖਾਨ ਦਾ ਲੇਖਾ ਖਤਮ ਕੀਤਾ, ਇਹਦਾ ਲੇਖਾ ਵੀ ਖਤਮ ਕੀਤਾ, ਇਕੱਲਾ ਇਹਨੂੰ ਨਹੀਂ ਖਤਮ ਕੀਤਾ। ਕਵੀ ਸੰਤੋਖ ਸਿੰਘ ਨੇ ਪਹਿਲੋਂ ਲਿਖ ਦਿੱਤਾ ਕਿ ਸਵਰਗਾਂ ਨੂੰ ਗਿਆ, ਇਹਦਾ ਅੱਗੇ ਦਾ ਵੀ ਲੇਖਾ ਖਤਮ ਕੀਤਾ। ਇੱਕੋਂ ਵੀ ਜਦੋਂ ਲੇਖਾ ਖਤਮ ਕੀਤਾ ਉਦੋਂ ਦਿਨ 4 ਕੁ ਘੜੀਆਂ ਬਾਕੀ ਰਹਿ ਗਿਆ, ਸਾਰਾ ਦਿਨ ਬੀਤ ਗਿਆ ਜੀ। ਔਰ ਪੈਰ ਸਵਾ ਪੈਰ ਰਾਤ ਰਹਿੰਦਿਆਂ ਲੜਾਈ ਹੋਈ ਸੀ, 4 ਪੈਰ ਦਿਨ ਦੇ ਵੀ ਲੰਘ ਗਏ। ਤਕਰੀਬਨ 5 ਪੈਰ ਲਗਾਤਾਰ ਗੁਰੂ ਕੇ ਸਿੱਖ ਲੜੇ। ਪੂਰੇ ਸਮਾਂ 14-15 ਘੰਟੇ ਬਣਦਾ ਹੈ। 15 ਘੰਟੇ ਦੇ ਕਰੀਬ ਲਗਾਤਾਰ ਲੜਦੇ ਰਹੇ। ਚਹੁੰ ਦਿਸ ਪੁਰ ਕੇ ਦਾਰੁਣ ਥਾਨ ਤੁਕ ਤੁਕ ਉੱਠਬੈ ਲੱਗੇ ਮਸਾਨ। ਹੁਣ ਕਰਤਾਰਪੁਰ ਸਾਹਿਬ ਦੇ ਚਾਰੇ ਪਾਸੇ ਮਸਾਨ ਹੀ ਮਸਾਨ ਤੁਖਦੇ ਨੇ, ਜਿੱਥੇ ਕਿਤੇ ਕਿਉਂਕਿ ਲਾਸ਼ਾਂ ਪਈਆਂ ਨੇ, ਜਿੱਥੇ ਲਾਸ਼ਾਂ ਪਈਆਂ ਹੁਣ ਉੱਥੇ ਮਸਾਨ ਨੇ। 4 ਪਾਸੇ ਲਾਸ਼ਾਂ ਨੇ। ਸ਼ਾਮ ਪੈ ਗਈ ਹੈ ਔਰ ਮਾਹੌਲ ਜਿਹੜਾ ਉਸ ਵੇਲੇ ਦਾ ਬੜਾ ਡਰਾਉਣਾ ਸੀ। ਉਹ ਪੁਣ ਸਤਿਗੁਰ ਕੇਨਸ ਬਿਸਰਾਮ ਕੁਛ ਕੁ ਊਣ ਲਛ ਤੁਰਕ ਸੰਘਾਰੇ। ਗੁਰ ਕੇ ਬੀਰ ਸਾਤ ਸਹਿ ਮਾਰੇ। ਹੁਣ ਇੱਕ ਦੇਖੋ ਕਵੀ ਸੰਤੋਖ ਸਿੰਘ ਜੀ ਨੇ ਗੱਲ ਫਿਰ ਸਪਸ਼ਟ ਕੀਤੀ ਹੈ। ਕੁਛ ਕੁ ਊਣ ਲਛ, ਲਛ ਕਹਿੰਦੇ ਨੇ ਲੱਖ ਨੂੰ, ਕੁਛ ਕੁ ਊਣ ਲਛ ਤੁਰਕ ਸੰਘਾਰੇ। ਵੀ ਕੁਛ ਕੁ ਘੱਟ ਸਨ ਲੱਖ ਤੋਂ ਜਿਹੜੇ ਗੁਰੂ ਸਾਹਿਬ ਜੀ ਨੇ ਇਹ ਤੁਰਕ ਇੱਥੇ ਮਾਰੇ ਨੇ। ਬਸ ਉਹ ਹੀ ਬਚੇ ਜਿਹੜੇ ਕੋਈ ਭੱਜ ਕੇ ਜਾਨ ਬਚਾ ਕੇ ਭੱਜ ਗਏ। ਲੱਖ ਦੇ ਕਰੀਬ ਸ਼ਬਦ ਹੈ, 90,000 ਲਾ ਲਈਏ, 95 ਲਾ ਲਈਏ, 90,000 80-90,000 ਬੰਦੇ ਮਾਰੇ ਜਾਣੇ 14-15 ਘੰਟਿਆਂ 'ਚ। ਔਰ ਉਹ ਮਾਹੌਲ ਜੰਗ ਦਾ ਕਿਵੇਂ ਦਾ ਹੋਏਗਾ? ਮੈਦਾਨ, ਨਗਰ, ਪਿੰਡ ਸਾਰੇ ਡਰਦੇ ਹੋਣਗੇ ਕਿ ਬਾਹਰ ਜਿੱਥੇ ਨਿਕਲੇ ਲਾਸ਼ਾਂ ਹੀ ਲਾਸ਼ਾਂ, ਲਹੂ ਹੀ ਲਹੂ, ਢੇਰ ਲੱਗੇ ਪਏ ਨੇ। ਔਰ ਕਵੀ ਸੰਤੋਖ ਸਿੰਘ ਜੀ ਨਾਲ ਲਿਖਦੇ ਨੇ ਕਿ ਗੁਰ ਕੇ ਬੀਰ ਸਾਤ ਸਹਿ ਮਾਰੇ। 700 ਗੁਰੂ ਕੇ ਸਿੱਖ ਸੂਰਮੇ ਜਿਹੜੇ ਨੇ ਉਹ ਵੀ ਮਾਰੇ ਗਏ, ਸ਼ਹੀਦ ਹੋ ਗਏ ਨੇ। ਕੁੱਲ 1800 ਸਨ। 1800 ਵਿੱਚੋਂ 700 ਜਿਹੜੇ ਨੇ ਸ਼ਹੀਦ ਹੋ ਗਏ, ਪਰ ਗੁਰੂ ਕੇ ਫੌਜ ਵਿੱਚ ਹਜੇ ਵੀ 1100
ਐਨ ਚੜ੍ਹਦੀ ਕਲਾ ਵਿੱਚ ਨੇ। ਉਧਰ ਲੱਖ ਆਇਆ ਸੀ, ਲੱਖ ਦੇ ਵਿੱਚੋਂ ਬਚੇ ਸਾਰੇ 500-700 ਜਿਹੜੇ ਭੱਜ ਕੇ ਬਚ ਗਏ। ਪੁਰ ਸਤਿਗੁਰ ਕੇਨਸ ਬਿਸਰਾਮ, ਜੇ ਤੁਸ ਭੱਟ ਸਭ ਲਹਿਓ ਆਰਾਮ। ਫਿਰ ਸਤਿਗੁਰੂ ਜੀ ਨੇ ਆਰਾਮ ਕੀਤਾ, ਕਿਉਂਕਿ ਗੁਰੂ ਸਾਹਿਬ ਜੀ ਨੂੰ 14-15 ਘੰਟੇ ਹੋ ਗਏ ਨਾ ਘੋੜੇ 'ਤੇ ਸਵਾਰ ਨੇ। ਸਿੱਖ ਸੂਰਮੇ ਜਿਹੜੇ ਨੇ ਉਹ ਜਿਹੜੇ ਜਿਉਂਦੇ ਨੇ ਉਹ ਵੀ ਘੋੜਿਆਂ 'ਤੇ ਸਵਾਰ ਨੇ। 15 ਘੰਟੇ ਤੋਂ ਬਾਅਦ ਉਹਨਾਂ ਨੇ ਵੀ ਆਰਾਮ ਕੀਤਾ ਹੈ। ਕਮਰ ਕਸਾ ਤੇ ਮਹੇ ਸਵਦਾਨਾ, ਸਰਮਤ ਜੇ 5 ਜਾਮ ਰਣ ਠਾਨਾ। ਜਿਹੜੇ 5 ਪੈਰ ਰਣ ਖੇਤਰ ਦੇ ਵਿੱਚ ਲੜਦੇ ਰਹੇ, ਬੜੇ ਥੱਕੇ ਸਨ, ਕਿਉਂਕਿ ਸਰੀਰ ਥੱਕਦਾ ਹੀ ਹੈ। ਥੱਕੇ ਹੋਏ ਸਨ, ਪਰ ਉਹਨਾਂ ਨੇ ਕਮਰ ਕਸੇ ਨਹੀਂ ਖੋਲ੍ਹੇ ਕਿ ਕੀ ਪਤਾ ਫੌਜ ਕਿਤੇ ਹੋਰ ਨਾ ਆ ਜਾਵੇ। ਜੰਗ ਜਿੱਤ ਲਿਆ ਹੈ, ਆਰਾਮ ਕਰਦੇ ਨੇ, ਪਰ ਤਿਆਰੀ ਫਿਰ ਵੀ ਉਸੇ ਤਰ੍ਹਾਂ ਕਮਰ ਕਸੇ ਕੀਤੇ ਨੇ, ਸ਼ਸਤਰ ਆਪਣੇ ਕੋਲ ਰੱਖੇ ਹੋਏ ਨੇ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਅਧਿਆਇ ਨੰਬਰ 31 ਖਤਮ ਕੀਤਾ ਹੈ। 32 ਨੰਬਰ ਅਧਿਆਇ ਇੱਥੋਂ ਸ਼ੁਰੂ ਕਰਦੇ ਲਿਖਦੇ ਨੇ। ਦੋਹਰਾ ਚਹੁੰਦਸਪੁਰ ਕਰਤਾਰ ਕੇ, ਜੋਧਾ ਬ੍ਰਿੰਦ ਤੁਰੰਗ। ਪਰੇ ਹਜ਼ਾਰੋ ਮ੍ਰਿਤਕ ਭੇ, ਭੀਮ ਥਾਨ ਤਿਨ ਸੰਗ। ਕਿ ਕਰਤਾਰਪੁਰ ਸਾਹਿਬ ਦੇ ਚਾਰੇ ਪਾਸੇ ਬੜੇ ਸੂਰਬੀਰ ਯੋਧੇ ਮਰੇ ਪਏ ਨੇ, ਘੋੜੇ ਮਰੇ ਪਏ ਨੇ। ਸਾਰੇ ਪਾਸੇ ਭਿਆਨਕ ਮਾਹੌਲ ਹੈ, ਕਿਉਂਕਿ ਲਾਸ਼ੇ ਲਾਸ਼ਾਂ ਨੇ, ਘੋੜੇ ਘੋੜੇ ਨੇ, ਖੂਨ ਹੀ ਖੂਨ ਪਿਆ ਹੈ। ਬਿਦੇ ਚੰਦ ਸੋ ਸ੍ਰੀ ਮੁਖ ਕਹਿਓ, ਲੱਖੂ ਆਦ ਪ੍ਰਲੋਕ ਜੇ ਲਹਿਓ। ਥੋੜ੍ਹਾ ਜਿਹਾ ਆਰਾਮ ਕੀਤਾ ਹਜੇ, ਇਹ ਨਹੀਂ ਕਿ 15 ਪੈਰ ਹੁਣ ਲੜਾਈ ਕਰ ਲਈ ਤੇ ਸੌਂ ਹੀ ਗਏ। ਥੋੜ੍ਹਾ ਜਿਹਾ ਆਰਾਮ ਕਰਨ ਤੋਂ ਬਾਅਦ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਬਿਧੀ ਚੰਦ ਨੂੰ ਕਹਿੰਦੇ ਨੇ ਕਿ ਬਿਧੀ ਚੰਦ ਜੀ, ਭਾਈ ਲੱਖੂ ਜੀ ਹੋਰ ਸਾਡੇ ਸੂਰਮੇ ਨੇ, ਭਾਈ ਮਈਆ ਜੀ ਵਰਗੇ 700 ਸੂਰਮੇ ਜਿਹੜੇ ਚੜ੍ਹਾਈ ਕਰ ਗਏ ਨੇ। ਪਠੋ ਦਾਸ ਤਿਨ ਲੋਥਣ ਲੈ, ਰਚੇ ਚਿਤਾ ਸਭ ਦਾਹੰਗ ਕਰੇ। ਕਿਉਂਕਿ ਥੋੜ੍ਹਾ ਜਿਹਾ ਆਰਾਮ ਕਰ ਲਿਆ, ਹੁਣ ਰਾਤ ਸੌਣਾ ਨਹੀਂ। ਚਾਨਣ ਕਰੋ, ਆਪਣੇ ਕੁਝ ਸੇਵਕਾਂ ਨੂੰ ਨਾਲ ਲਵੋ, ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਅਗਨ ਭੇਟ ਕਰੋ। ਵੱਡੀ ਚਿਖਾ ਚੁਣੋ, ਪਹਿਲੋਂ ਉਹਨਾਂ ਦਾ ਸੰਸਕਾਰ ਕਰੋ। ਸੁਣ ਆਗਿਆ ਬਹੁ ਦਾਸ ਪਠਾਏ, ਅਮੀ ਚੰਦ ਮੇਹਰਾ ਆਦਿਕ ਲਿਆਏ। ਗੁਰੂ ਸਾਹਿਬ ਦਾ ਹੁਕਮ ਸੁਣ ਕੇ ਭਾਈ ਬਿਧੀ ਚੰਦ ਨੇ ਕੁਝ ਸੇਵਕ ਜਿਹੜੇ ਨੂੰ ਭੇਜੇ, ਨਾਲ ਆਪ ਗਏ ਨੇ। ਉੱਥੇ ਭਾਈ ਲੱਖੂ ਜੀ, ਭਾਈ ਅਮੀ ਚੰਦ ਜੀ, ਭਾਈ ਮੇਹਰਾ ਆਦਿਕ ਜਿਹੜੇ ਸੂਰਬੀਰ ਯੋਧੇ ਹੋਰ ਸਿੱਖ ਸਨ, ਉਹਨਾਂ ਨੂੰ ਲੈ ਕੇ ਆਏ, ਉਹਨਾਂ ਦੀ ਲਾਸ਼ਾਂ ਲੈ ਕੇ ਆਏ। ਕਾਸ਼ਟ ਸੰਚ ਦਾਹੇ ਸਭ ਕਰੇ, ਲਿਆਏ ਉਠਾਏ ਜੇ ਘਾਇਲਤ ਭਰੇ। ਉਹਨਾਂ ਦਾ ਸੰਸਕਾਰ ਕੀਤਾ, ਜਿਹੜੇ ਜ਼ਖਮੀ ਹੋਏ ਸਨ ਕੁਝ, ਉਹਨਾਂ ਨੂੰ ਲਿਆ ਕੇ ਉਹਨਾਂ ਦੀ ਮਲਮ ਪੱਟੀ ਕੀਤੀ ਗਈ। ਇਤਨੇ ਵਿਖੇ ਨਿਸਾ ਹੋਏ ਆਈ, ਸਿਆਲ ਪੁਕਾਰ ਕੇ ਨ ਬਹੁਕਾਈ। ਇਹਨਾਂ ਨੂੰ ਹਨੇਰਾ ਵੀ ਪੈ ਗਿਆ, ਰਾਤ ਹੋ ਗਈ, ਸੰਸਕਾਰ ਹੋ ਗਿਆ, ਜ਼ਖਮੀਆਂ ਨੂੰ ਚੁੱਕ ਲਿਆ। ਇੱਧਰੋਂ ਜਿਹੜਾ ਸੀ ਉਹ ਹਨੇਰਾ ਪੈ ਗਿਆ। ਪੁਰ ਮੈਂ ਜਹੰਕਾਰ ਨਰ ਮਿਲ ਬੈਸੇ, ਬੀਤੇ ਜਥਾ ਬਾਤਨ ਕਰ ਤੈਸੇ। ਹੁਣ ਕਰਤਾਰਪੁਰ ਨਗਰ ਦੇ ਵਿੱਚ ਜਦੋਂ ਸ਼ਾਮ ਹੋਈ, ਲੋਕ ਆਪੋ ਆਪਣੇ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਬੈਠੇ ਹੋਏ ਨੇ। ਜਿਵੇਂ ਸਾਰਾ ਦਿਨ ਹੋਇਆ, ਜਿਵੇਂ ਰਾਤ ਤੋਂ ਜੰਗ ਹੋਈ, ਸਾਰਾ ਦਿਨ ਜੋ ਕੁਛ ਹੋਇਆ ਵੇਖਿਆ, ਫਿਰ ਉਹ ਗੱਲਾਂ ਆਪਸ ਵਿੱਚ ਕਰਦੇ ਨੇ। ਆਸ ਸੰਗਰ ਨਹਿ ਭਇਓ ਕਦਾਈ, ਪੰਚ ਪਹਿਰ ਮਹਿ ਦਲ ਸਮੁਦਾਈ। ਆਪਸ ਵਿੱਚ ਗੱਲਾਂ ਕਰਦੇ ਨੇ ਕਿ ਇਵੇਂ ਦਾ ਜੰਗ ਅੱਜ ਤੱਕ ਨਾ ਕਦੇ ਹੋਇਆ, ਨਾ ਕਦੇ ਵੇਖਿਆ ਤੇ ਨਾ ਕਦੇ ਸੁਣਿਆ, ਕਿ 5 ਪਹਿਰ ਦੇ ਵਿੱਚ 1 ਲੱਖ ਦੇ ਕਰੀਬ ਫੌਜ ਮਾਰ ਮੁਕਾਈ ਹੋਵੇ, ਉਹ ਵੀ 1800 ਸਿੱਖਾਂ ਨੇ। ਦੋਨੋਂ ਦਿਸਤੇ ਲੜ ਲਾਰੇ ਮਰੇ, ਸਤਿਗੁਰ ਬਿਨਾ ਕੌਣ ਅਸ ਕਰੇ। ਤੇ ਕਹਿੰਦੇ ਲੜੇ ਦੋਵਾਂ ਪਾਸੇ, ਮਰੇ ਵੀ ਦੋਵਾਂ ਪਾਸੇ, ਪਰ ਗਿਣਤੀ 'ਚ ਫਰਕ ਸੀ। ਇੱਕ ਪਾਸੇ ਲੱਖ ਦੇ ਕਰੀਬ ਮਾਰੇ ਗਏ, ਇੱਕ ਪਾਸੇ ਗੁਰੂ ਕ ਸਾਹਿਬ ਦੇ ਸਿੱਖ ਨੇ ਜਿਹੜੇ 700 ਮਰੇ ਨੇ। ਐਸਾ ਕਾਰਜ ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ। ਕਈ ਮਾਸ ਲੋ ਮਾਸ ਰਹੇ ਹੈ,
ਅਸਥੀ ਬ੍ਰਿੰਦ ਪਰੇ ਦ੍ਰਿਸ਼ਟ ਹੈ, ਕਈ ਮਹੀਨਿਆਂ ਤੱਕ ਉੱਥੇ ਮਾਸ ਕਹਿੰਦੇ ਰਹੇਗਾ। ਇੰਨੀਆਂ ਲਾਸ਼ਾਂ ਕਿੱਥੇ ਚੁੱਕੀ ਜਾਣੀਆਂ ਨੇ, ਇਹ ਤੇ ਹੱਡੀਆਂ ਦਿਸਦੀਆਂ ਰਹਿਣਗੀਆਂ। ਮਨ ਸਤਿਗੁਰ ਕੈ ਭਈ ਗਿਲਾਨ, ਬਹੁ ਬੋਏ ਪ੍ਰਾਤ ਲੋਠਾਨ। ਹੁਣ ਇਹ ਸਾਰੇ ਜਾਣਦੇ ਨੇ, ਗੁਰੂ ਸਾਹਿਬ ਜੀ ਵੀ ਜਾਣਦੇ ਨੇ, ਇੰਨੀਆਂ ਲਾਸ਼ਾਂ ਚੁੱਕ ਕੇ ਉਹਨਾਂ ਨੂੰ ਦਫਨ ਕਰਨਾ ਬੜਾ ਔਖਾ ਕੰਮ ਸੀ, ਵੱਡਾ ਕੰਮ ਸੀ ਕਿ ਸਵੇਰ ਹੁੰਦਿਆਂ ਤੱਕ ਇੱਥੇ ਬਦਬੂ ਵੀ ਮਰ ਜਾਣੀ ਹੈ। ਰਹਿਓ ਨ ਜਾਏ ਨਗਰ ਕੇ ਮਾਹੀ, ਕੁਛ ਉਪਾਏ ਇਸ ਕੋ ਹੋਏ ਨਾਹੀ। ਕਿ ਰਾਤ ਨਗਰ ਦੇ ਵਿੱਚ ਰਹਿ ਕੇ ਸੌਂ ਨਹੀਂ ਸਕਦੇ, ਕਿਉਂਕਿ ਦਿਨ ਵੀ ਕੁਝ ਗਰਮੀ ਦੇ ਸਨ, ਰਾਤ ਨੂੰ ਇੱਥੇ ਬਦਬੂ ਹੁਣੇ ਮਰਨ ਲੱਗ ਗਏ ਨੇ, ਰਾਤ ਨੂੰ ਇੱਥੇ ਬੜੀ ਬਦਬੂ ਹੋ ਜਾਣੀ ਹੈ। ਇੱਕ ਤੋਂ ਇਹ ਕਾਰਨ ਮਨ ਜਾਨਾ, ਦੂਤੀਏ ਬੁੱਢਣ ਸ਼ਾਹ ਪਛਾਨਾ। ਇੱਕ ਪਹਿਲਾ ਕਾਰਨ ਤੇ ਸੀ ਕਿ ਇੱਥੇ ਬਦਬੂ ਬੜੀ ਹੋਏਗੀ, ਰਾਤ ਰਹਿਣਾ ਔਖਾ ਹੈ। ਤੇ ਦੂਸਰਾ ਕਾਰਨ ਗੁਰੂ ਸਾਹਿਬ ਜੀ ਜਾਣਦੇ ਸਨ। ਉਦੋਂ ਕੀਰਤਪੁਰ ਸਾਹਿਬ ਬਾਬਾ ਬੁੱਢਣ ਸ਼ਾਹ ਜੀ ਬੜੇ ਬਜ਼ੁਰਗ ਨੇ, ਉਹ ਤੇ ਇੰਤਜ਼ਾਰ ਹੀ ਕਰਦੇ ਨੇ ਕਦੋਂ ਗੁਰੂ ਸਾਹਿਬ ਜੀ ਆਉਣ, ਕਦੋਂ ਉਹਨਾਂ ਦੇ ਦਰਸ਼ਨ ਹੋਣ ਤੇ ਕਦੋਂ ਮੈਂ ਸਰੀਰ ਨੂੰ ਛੱਡ ਕੇ ਜਾਵਾਂ। ਅੰਤ ਸਮਾਂ ਪਹੁੰਚੋ ਤਿਸ ਆਏ, ਦਰਸ਼ਨ ਚਾਹਤ ਬੈਸ ਬਿਤਾਈ। ਕਿਉਂਕਿ ਗੁਰੂ ਸਾਹਿਬ ਜੀ ਅੰਤਰਜਾਮੀ ਜਾਣਦੇ ਨੇ, ਬਾਬਾ ਬੁੱਢਣ ਸਾਹਿਬ ਜੀ ਉਹਨਾਂ ਦਾ ਸਮਾਂ ਪੂਰਾ ਹੋ ਗਿਆ ਹੈ। ਸਰੀਰ ਛੱਡਣਾ ਚਾਹੁੰਦੇ ਨੇ, ਪਰ ਛੱਡਣ ਤੋਂ ਪਹਿਲਾਂ ਸਾਡੇ ਦਰਸ਼ਨ ਚਾਹੁੰਦੇ ਨੇ। ਬੜੀ ਲੰਬੀ ਉਮਰ ਹੈ, ਪਰ ਹੁਣ ਵੀ ਸਾਡੇ ਉਹ ਦਰਸ਼ਨ ਚਾਹੁੰਦੇ ਨੇ। ਤਿਸ ਕੇ ਆਸਾ ਪੂਰਨ ਹੇਤ, ਚੜ੍ਹਨ ਚਾਹਿਓ ਗੁਰ ਕਿਰਪਾ ਨਿਕੇਤ। ਉਸ ਬੁੱਢਣ ਸ਼ਾਹ ਦੀ ਆਸ ਪੂਰੀ ਕਰਨ ਵਾਸਤੇ ਦੇਖੋ 5 ਪੈਰ ਜੰਗ ਕੀਤਾ ਹੈ। ਰਾਤ ਵੀ ਗੁਰੂ ਸਾਹਿਬ ਜੀ ਰੁਕਣਾ ਨਹੀਂ ਚਾਹੁੰਦੇ ਕਿ ਹੁਣੇ ਚੜੀਏ, ਕੀਰਤਪੁਰ ਸਾਹਿਬ ਨੂੰ ਚੱਲੀਏ, ਬੁੱਢਣ ਸ਼ਾਹ ਨੂੰ ਮਿਲਣਾ ਹੈ। ਤ੍ਰਿਤੀਏ ਜੇ ਤਕ ਗ੍ਰਾਮ ਸਮੀਪ, ਹੁਤੇ ਹਜ਼ਾਰੋ ਥਾਨ ਮਹੀਪ। ਤੇ ਕਵੀ ਸੰਤੋਖ ਸਿੰਘ ਲਿਖਦੇ ਨੇ ਤੀਸਰਾ ਕਾਰਨ ਇਹ ਵੀ ਸੀ ਕਿ ਉੱਥੇ ਜਿੰਨੇ ਵੀ ਨੇੜੇ ਨੇੜੇ ਪਿੰਡ ਸਨ, ਵਸਨੀਕ ਸਨ, ਹਜ਼ਾਰਾਂ ਥਾਵਾਂ ਤੇ ਇਹ ਤੁਰਕ ਤੇ ਤੁਰਕਾਂ ਦੇ ਜਿਹੜੇ ਹਾਕਮ ਹੋ ਰਹਿੰਦੇ ਸਨ। ਕਿ ਦਿਨ ਚੜ੍ਹੇਗਾ, ਹੋ ਸਕਦਾ ਫਿਰ ਇਕੱਠੇ ਹੋਣ, ਫਿਰ ਜਾ ਕੇ ਵਿਖਾਦ ਕਰਨ। ਲੜਤ ਜੰਗ ਮੈਂ ਸੋ ਅਬ ਮਾਰੇ, ਸਣ ਬੰਦੇ ਤਿਨ ਕੇਰ ਪਿਛਾਰੇ। ਤੇ ਹੁਣ ਜੰਗ ਵਿੱਚ ਲੜਦਿਆਂ ਹੋਇਆਂ ਜਿਹੜੇ 700 ਸਿੱਖ ਮਾਰੇ ਗਏ। ਇਹ ਵੀ ਕਾਰਨ ਸੀ ਗੁਰੂ ਸਾਹਿਬ ਜੀ ਉਹਨਾਂ ਦੇ ਜਿਹੜੇ ਪਿੱਛੇ ਪਰਿਵਾਰ ਨੇ, ਸੰਬੰਧੀ ਨੇ, ਉਹਨਾਂ ਨੂੰ ਖਬਰਸਾਰ ਵੀ ਦੇਣੀ, ਉਹਨਾਂ ਨੂੰ ਹੌਸਲਾ ਵੀ ਦੇਣਾ ਹੈ, ਉਹਨਾਂ ਨੂੰ ਕੋਈ ਧਨ ਰੁਪਈਆ ਪੈਸਾ ਵੀ ਦੇਣਾ ਹੈ। ਰਚੇ ਦਵੈਸ਼ ਬਲ ਛਲ ਕੇ ਸੰਗ, ਮਰੇ ਬਰਿੰਦ ਤੇ ਹੋਏ ਮਨ ਭੰਗ। ਤੇ ਜਿਹੜੇ ਤੁਰਕ ਮਰੇ ਨੇ ਉਹਨਾਂ ਦੇ ਪਿੱਛੇ ਪਰਿਵਾਰ ਨੇ, ਕਿਸੇ ਦਾ ਪਿਓ ਹੈ, ਕਿਸੇ ਦਾ ਪੁੱਤਰ ਹੈ, ਉਹ ਵੀ ਦਵੈਸ਼ ਕਰਨਗੇ, ਦਵੈਸ਼ ਕਰਕੇ ਝਗੜੇ ਕਰਨਗੇ, ਬਦਲਾ ਤੇ ਲੈਣਾ ਹੀ ਚਾਹੁੰਗੇ ਨਾ ਕਿ ਸਾਡੇ ਮਾਰੇ ਗਏ ਨੇ। ਇਤਿਆਦਿਕ ਕਾਰਨ ਕੁਛ ਔਰ, ਚਿਤਵਤ ਪੇਸੋਡੀ ਸਿਰਮੌਰ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਕਈ ਕਾਰਨ ਹੋਰ ਸਨ। ਗੁਰੂ ਸਾਹਿਬ ਜੋ ਵਿਚਾਰ ਕਰਦੇ ਨੇ। ਬਿਧੇ ਚੰਦ ਕੋ ਨਿਕਟਕਾਰਾ, ਕਹਿਤ ਪਏ ਹਮ ਕੀਨ ਸਤਿਆਰਾ। ਜਦੋਂ ਸੰਸਕਾਰ ਹੋ ਗਿਆ, ਸਤਿਗੁਰੂ ਜੀ ਨੇ ਭਾਈ ਬਿਧੇ ਚੰਦ ਨੂੰ ਕੋਲ ਬੁਲਾਇਆ ਤੇ ਭਾਈ ਬਿਧੇ ਚੰਦ ਨੂੰ ਕਹਿੰਦੇ ਨੇ, ਬਿਧੇ ਚੰਦ ਜੀ ਅਸੀਂ ਤਿਆਰਾ ਕਰ ਲਿਆ, ਤੁਸੀਂ ਵੀ ਕਰੋ। ਉਰੇ ਤਿਆਰਾ ਕੀਰਤਪੁਰ ਸਾਹਿਬ ਲਈ ਜਿਵੇਂ ਕਰਨਾ ਹੈ, ਜਿਵੇਂ ਕੀਰਤਪੁਰ ਸਾਹਿਬ ਪਹੁੰਚਣਾ ਹੈ। ਇਹ ਕੱਲ੍ਹ ਆਪਾਂ ਵਿਚਾਰਾਂਗੇ ਸਮੇਂ ਦੇ ਮੁਤਾਬਕ ਕਿਤਨੀ ਬੇਨਤੀ ਪ੍ਰਵਾਨ ਕਰਨੀ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ। ਆਓ ਇੱਕ ਦੋ ਵਾਰੀ ਰਸਨਾ ਨੂੰ ਕਰੀਏ ਪਵਿੱਤਰ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।